ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਕਿਰਨ ਛਾ ਰਚਨਾ ਲੈ ਕੇ ਹਾਜ਼ਰ ਹਾਂ ਨਾਵਲਕਾਰ ਸੁਖਵੀਰ ਸਿੰਘ ਜੀ ਦੁਆਰਾ ਲਿਖਿਆ ਹੋਇਆ ਨਾਵਲ ਮੱਖੀਆਂ। ਤੁਸੀਂ ਸੁਣ ਰਹੇ ਸੀ ਕਿ ਸੁਬੋਧ ਚਿੱਤਰਕਾਰ ਦੇ ਕੋਲ ਠਹਿਰਿਆ ਹੋਇਆ ਸੀ, ਆਪਣੇ ਅਤੇ ਮਾਇਰਾ ਦੇ ਬਾਰੇ ਸਭ ਕੁਝ ਦੱਸ ਰਿਹਾ ਸੀ। ਹੁਣ ਉਸ ਤੋਂ ਅੱਗੇ ਭਾਗ 7। ਕੁਝ ਸਮੇਂ ਬਾਅਦ ਅੱਖਾਂ ਖੋਲ੍ਹਦੇ ਹੋਏ ਫਿਰ ਉਸਨੇ ਬੋਲਣਾ ਸ਼ੁਰੂ ਕੀਤਾ। ਮੈਂ ਪੂਰੇ 21 ਸਾਲ ਉਸਨੂੰ ਯਾਦ ਰੱਖਿਆ, ਕਿਉਂਕਿ ਮੈਨੂੰ ਮਾਇਰਾ ਨੂੰ ਯਾਦ ਕਰਨਾ ਚੰਗਾ ਲੱਗਦਾ ਹੈ। ਮੇਰੀਆਂ ਸਭ ਕਵਿਤਾਵਾਂ ਜੋ ਇਸ ਕਿਤਾਬ ਵਿੱਚ ਹਨ, ਜੋ ਅੱਜ ਰਿਲੀਜ਼ ਹੋਈ ਹੈ, ਸਭ ਉਸ ਬਾਰੇ ਹਨ। ਫਿਰ ਸੁਬੋਧ ਬੋਲਦਾ ਬੋਲਦਾ ਰੁਕਿਆ। ਉਸਨੇ ਮੇਰੇ ਵੱਲ ਵੇਖਿਆ ਅਤੇ ਕਿਹਾ, ਤੁਸੀਂ ਆਪਣੇ ਬਾਰੇ ਕੁਝ ਨਹੀਂ ਦੱਸੋਗੇ? ਨਹੀਂ, ਮੇਰੇ ਕੋਲ ਕੁਝ ਖਾਸ ਦੱਸਣ ਲਈ ਨਹੀਂ ਹੈ। ਮੈਂ ਇੱਕ ਸੌਖੀ ਜ਼ਿੰਦਗੀ ਜਿਉਣ ਵਾਲਾ ਆਦਮੀ ਹਾਂ। ਮੇਰੇ ਕੁਝ ਕੁੜੀਆਂ ਨਾਲ ਸੰਬੰਧ ਰਹੇ, ਪਰ ਕਿਸੇ ਨੇ ਮੈਨੂੰ ਇੰਨੀ ਡੂੰਘਾਈ ਨਾਲ ਨਹੀਂ ਪਕੜਿਆ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ। ਫਿਰ ਕਾਫੀ ਦੇਰ ਅਸੀਂ ਗੱਲਾਂ ਕਰਦੇ ਰਹੇ ਅਤੇ ਅੱਧੀ ਰਾਤ ਤੋਂ ਬਾਅਦ ਅਸੀਂ ਸੌਂ ਗਏ। ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਅਸੀਂ ਮਾਰਨਿੰਗ ਵਾਕ ਲਈ ਗਏ। ਫਿਰ ਘਰ ਆਏ, ਤਿਆਰ ਹੋ ਕੇ ਨਾਸ਼ਤੇ ਲਈ ਡਾਈਨਿੰਗ ਟੇਬਲ 'ਤੇ ਆ ਬੈਠੇ। ਮੇਰੀ ਪਤਨੀ ਸਾਡੇ ਲਈ ਨਾਸ਼ਤਾ ਲਗਾ ਰਹੀ ਸੀ। ਨਾਸ਼ਤਾ ਕਰਦੇ ਹੀ ਸੁਬੋਧ ਨੇ ਮੈਨੂੰ ਆਪਣੇ ਫੋਨ ਵਿੱਚ ਮਾਇਰਾ ਦੀਆਂ ਫੋਟੋਆਂ ਵਿਖਾਈਆਂ, ਜੋ ਬਹੁਤ ਸਾਦੀਆਂ ਅਤੇ ਖੂਬਸੂਰਤ ਸਨ। ਫਿਰ ਸੁਬੋਧ ਨੇ ਨਾਸ਼ਤੇ ਬਾਅਦ ਜਾਣ ਤੋਂ ਪਹਿਲਾਂ ਆਪਣੀ ਕਿਤਾਬ ਮੈਨੂੰ ਦਸਤਖਤ ਕਰਕੇ ਦਿੱਤੀ ਅਤੇ ਕਿਹਾ, ਇਸ ਨੂੰ ਜ਼ਰੂਰ ਪੜ੍ਹਨਾ। ਸੁਬੋਧ ਨੇ ਆਪਣੀ ਪਸੰਦ ਦੀ ਇੱਕ ਪੇਂਟਿੰਗ ਮੇਰੇ ਕਮਰੇ 'ਚੋਂ ਲੈ ਲਈ। ਮੈਨੂੰ ਇਹ ਗੱਲ ਬੜੀ ਚੰਗੀ ਲੱਗੀ। ਮੈਂ ਕਿਤਾਬ ਵੱਲ ਵੇਖਦੇ ਹੀ ਕਿਹਾ, ਇਸ ਨੂੰ ਮੈਂ ਅਣਗਿਣਤ ਵਾਰ ਪੜ੍ਹਾਂਗਾ, ਕਿਉਂਕਿ ਇਸ ਨੂੰ ਪੜ੍ਹਨ ਦੀ ਮੇਰੇ ਮਨ ਵਿੱਚ ਬਹੁਤ ਇੱਛਾ ਹੈ। ਅਸੀਂ ਦੋਵੇਂ, ਮੈਂ ਅਤੇ ਮੇਰੀ ਪਤਨੀ, ਸੁਬੋਧ ਨੂੰ ਦਰਵਾਜ਼ੇ ਤੱਕ ਛੱਡਣ ਗਏ। ਸੁਬੋਧ ਜਾਂਦੇ ਹੋਏ ਮੈਨੂੰ ਇਸ ਤਰ੍ਹਾਂ ਗਲੇ ਨਾਲ ਲੱਗ ਕੇ ਮਿਲਿਆ ਕਿ ਮੈਨੂੰ ਮਹਿਸੂਸ ਹੋਇਆ ਕਿ ਅਸੀਂ ਇੱਕ ਦੂਜੇ ਦੇ ਕਰੀਬ ਤੋਂ ਜਾਣਦੇ ਹਾਂ। ਸੁਬੋਧ ਜਾ ਚੁੱਕਾ ਸੀ। ਮੈਂ ਆਪਣੇ ਕੰਮਕਾਰ ਵਿੱਚ ਰੁੱਝ ਗਿਆ। ਅਗਲੇ ਦਿਨ ਸਭ ਨੂੰ ਮੈਂ ਕੰਮਕਾਰ ਤੋਂ ਜਲਦੀ ਵਿਹਲਾ ਹੋ ਗਿਆ। ਮੇਰੀ ਪਤਨੀ ਘਰ ਨਹੀਂ ਸੀ। ਉਹ ਆਪਣੀ ਮਾਂ ਨੂੰ ਮਿਲਣ ਲਈ ਗਈ ਹੋਈ ਸੀ ਅਤੇ ਉਸਨੇ ਆਪਣੀ ਮਾਂ ਕੋਲ ਇੱਕ ਰਾਤ ਰੁਕ ਕੇ ਵਾਪਸ ਆਉਣਾ ਸੀ। ਮੇਰੇ ਲਈ ਇਹ ਚੰਗਾ ਮੌਕਾ ਸੀ ਕਿ ਮੈਂ ਇਕਾਂਤ ਵਿੱਚ ਬੈਠ ਕੇ ਸੁਬੋਧ ਦੀਆਂ ਕਵਿਤਾਵਾਂ ਪੜ੍ਹ ਸਕਾਂ। ਸ਼ਾਮ ਨੂੰ ਮੈਂ ਹੋਟਲ ਤੋਂ ਲਿਆਂਦਾ ਖਾਣਾ ਖਾਧਾ। ਘਰ ਵਿੱਚ ਬੜੀ ਚੁੱਪ ਸੀ। ਮੇਰੀ ਪਤਨੀ ਪੈਰਾਂ ਵਿੱਚ ਝਾਂਜਰਾਂ ਪਾ ਕੇ ਰੱਖਦੀ ਹੈ। ਆਮ ਦਿਨਾਂ ਵਿੱਚ ਹਰ ਰੋਜ਼ ਘਰ ਉਸ ਦੀਆਂ ਝਾਂਜਰਾਂ ਦੇ ਸੰਗੀਤ ਨਾਲ ਗੂੰਜਦਾ ਰਹਿੰਦਾ ਹੈ। ਮੈਂ ਪਹਿਲਾਂ ਨਾਲੋਂ ਜਲਦੀ ਕਰੀਬ 9 ਵਜੇ ਬਿਸਤਰ ਵਿੱਚ ਜਾ ਪਿਆ ਅਤੇ ਸੁਬੋਧ ਦੀ ਕਿਤਾਬ ਪੜ੍ਹਨ ਲੱਗਾ। ਮੈਂ ਸੁਬੋਧ, ਜਿਸ ਦੀ ਇਹ ਕਿਤਾਬ ਆਪਣੀ ਕਿਤਾਬ ਦੀ ਸ਼ੁਰੂਆਤ ਮਾਇਰਾ ਦੀਆਂ ਕਵਿਤਾਵਾਂ ਨਾਲ ਕਰਦਾ ਹਾਂ, ਕਿਉਂਕਿ ਮੈਂ ਇੱਕੋ ਕਵਿਤਾ ਨੂੰ ਜਾਣਦਾ ਹਾਂ, ਉਹ ਹੈ ਮਾਇਰਾ। ਮੇਰੀ ਹਰ ਕਵਿਤਾ ਉਸ ਕੋਲੋਂ ਹੀ ਸ਼ੁਰੂ ਹੁੰਦੀ ਹੈ। ਨੰਬਰ 1, ਕਵਰ ਨਾਟ ਅਵੇਲੇਬਲ। ਮੈਂ ਮਾਇਰਾ ਹਾਂ। ਮੈਂ ਆਪਣੇ ਇੱਕ ਦੋਸਤ ਦੇ ਨਾਲ ਹਾਂ। ਇਹ ਕਾਲ ਗੱਲ ਹੈ। ਅਸੀਂ ਸ਼ਾਪਿੰਗ ਕਰ ਰਹੇ ਹਾਂ। ਉਹ ਚੀਜ਼ਾਂ ਚੁੱਕਦੀ ਰੱਖਦੀ ਧਿਆਨ ਨਾਲ ਵੇਖਦੀ ਹੈ। ਇਹ ਸੋਹਣੀ ਕੁੜੀ ਮੈਨੂੰ ਚੰਗੀ ਲੱਗਦੀ ਹੈ, ਭਾਵੇਂ ਇਸ ਦਾ ਪੇਸ਼ਾ ਕੋਈ ਚੰਗੀ ਨਹੀਂ। ਸਮਾਜ ਵਿੱਚ ਇਸ ਨੂੰ ਪਸੰਦ ਨਹੀਂ ਕੀਤਾ ਜਾਂਦਾ। ਇਸ ਦੀ ਜ਼ਰੂਰਤ ਬਹੁਤ ਮਹਿਸੂਸ ਕੀਤੀ ਜਾਂਦੀ। ਹਰ ਸਮਾਜ ਦੇ ਕੁਝ ਮਰਦਾਂ ਨੂੰ ਅਜਿਹੀਆਂ ਲੜਕੀਆਂ ਦੀ ਲੋੜ ਪੈਂਦੀ ਹੈ ਜੋ ਵਿਕ ਸਕਦੀਆਂ ਹੋਣ, ਉਹਨਾਂ ਲਈ ਹਾਜ਼ਰ ਹੋਣ। ਸਮਾਨ ਦੀ ਖਰੀਦ ਕਰਦਿਆਂ, ਵਸਤਾਂ ਦੀ ਚੋਣ ਕਰਦਿਆਂ ਉਹ ਮੁਸਕਰਾਉਂਦੀ ਹੈ। ਕਦੇ ਕਦੇ ਮੇਰੇ ਵੱਲ ਵੇਖਦੀ ਹੈ। ਉਹ ਕੁਝ ਕਹਿਣਾ ਚਾਹੁੰਦੀ ਹੈ। ਮੈਂ ਉਸ ਦੇ ਨਜ਼ਦੀਕ ਜਾਂਦੀ ਹਾਂ। ਉਸਨੇ ਕਿਹਾ, ਆ ਵੇਖ ਮਾਇਰਾ, ਇਹ ਪੈਕਟ ਇੱਕ ਪੈਕਟ ਹੈ। ਹਰ ਚੀਜ਼ ਪੈਕਟ ਬੰਦ ਹੈ।
ਸਭ ਕੁਝ ਢੱਕਿਆ ਹੋਇਆ ਵਿਕਦਾ ਹੈ। ਤੈਨੂੰ ਪਤਾ, ਮੈਂ ਹੈਰਾਨ ਹੋ ਜਾਂਦੀ ਹਾਂ। ਇੱਕ ਐਸੀ ਜਗ੍ਹਾ ਨੂੰ ਮੈਂ ਜਾਣਦੀ ਹਾਂ ਜਿੱਥੇ ਕੁਝ ਵੀ ਢੱਕਿਆ ਹੋਇਆ ਨਹੀਂ ਹੁੰਦਾ। ਇਹ ਦੁਨੀਆ ਜਿੱਥੇ ਹਰ ਚੀਜ਼ ਢੱਕੀ ਹੋਈ ਵੇਚੀ ਜਾਂਦੀ ਹੈ ਅਤੇ ਔਰਤ ਨੰਗੀ ਵਿਕਦੀ ਹੈ। ਅਤੇ ਮੈਂ ਬਸ ਸੋਚਦੀ ਹਾਂ, ਜਿਵੇਂ ਹੈ ਚਲੋ ਠੀਕ ਹੈ। ਕਵਰ ਨਾਟ ਅਵੇਲੇਬਲ, ਮਾਇਰਾ। ਨੰਬਰ 2, ਤੁਸੀਂ ਧਰਮ ਦੀ ਗੱਲ ਕਰਦੇ ਹੋ। ਇਹ ਦੂਸਰੀ ਕਵਿਤਾ ਨਾਵਲ ਚਿੱਤਰਕਾਰ ਮਾਇਰਾ ਦੀ ਪੜ੍ਹ ਰਿਹਾ ਹੈ। ਇੱਕ ਛੋਟੀ ਬੱਚੀ ਦੀ ਤੁਹਾਨੂੰ ਕੋਈ ਬਹੁਤੀ ਸਮਝ ਨਹੀਂ। ਆਪਣੀ ਮਾਂ ਬਾਰੇ ਵੀ ਤੁਸੀਂ ਬਹੁਤਾ ਨਹੀਂ ਜਾਣਦੇ। ਇਸ ਸਮਾਜ ਵਿੱਚ ਤਾਂ ਬਹੁਤੇ ਲੋਕਾਂ ਨੂੰ ਕਵਿਤਾ ਤੱਕ ਦੀ ਸਮਝ ਨਹੀਂ ਹੈ ਅਤੇ ਬਹਿਸ ਉਹ ਧਰਮ 'ਤੇ ਕਰਨ ਲੱਗਦੇ ਹਨ। ਹੁਣੇ ਇੱਧਰੋਂ ਇੱਕ ਇਕੱਠ ਲੰਘਿਆ ਹੈ। ਇੱਥੇ ਹੀ ਕਿਤੇ ਧਰਮ ਦੇ ਨਾਂ 'ਤੇ ਦੰਗਾ ਹੋਇਆ ਹੈ। ਲੋਕ ਚੀਕਾਂ ਮਾਰਦੇ ਨੇ, ਮਰਨ ਵਾਲੇ ਮਾਰਨ ਵਾਲੇ ਵੀ। ਇੱਧਰੋਂ ਦੀ ਲੰਘਦਿਆਂ ਇੱਕ ਛੋਟੇ ਬੱਚੇ ਨੂੰ ਵੀ ਕੱਟ ਦਿੱਤਾ ਗਿਆ ਹੈ। ਮਸਾਂ 5-6 ਸਾਲ ਦਾ ਕੋਈ ਬੱਚਾ। ਇਕੱਠ ਲੰਘ ਚੁੱਕਿਆ ਹੈ, ਚੀਕਾਂ ਗੁਜ਼ਰ ਚੁੱਕੀਆਂ ਹਨ। ਬੱਚੇ ਦੀ ਲਾਸ਼ ਕੋਲ ਉਸਦੀ ਮਾਂ ਬੈਠੀ ਹੈ, ਇੱਕਦਮ ਖਾਮੋਸ਼ ਸੁੰਨ ਧਰਤੀ 'ਤੇ ਪਏ ਬੱਚੇ ਵੱਲ ਵੇਖ ਰਹੀ ਹੈ। ਬੱਚੇ ਦਾ ਅੱਧ ਖੁੱਲ੍ਹਿਆ ਹੱਥ, ਉਸ ਵਿੱਚ ਕੁਝ ਮੂੰਗਫਲੀਆਂ ਹਨ। ਬਸ ਹੁਣੇ ਹੀ ਉਸਨੇ ਜਿੱਦ ਕਰਕੇ ਲਈਆਂ ਸਨ। ਇਸ ਬੱਚੇ ਦਾ ਹੱਥ ਉਸਦੀ ਮਾਂ ਦੇ ਹੱਥ ਵਿੱਚ ਦੇਣਾ ਅਤੇ ਉਸਨੂੰ ਪੁੱਛਣਾ ਧਰਮ ਕੀ ਹੁੰਦਾ ਹੈ, ਉਸਨੂੰ ਪੁੱਛਣਾ ਇਖਲਾਕ ਕੀ ਹੁੰਦਾ ਹੈ। ਉਹ ਤੁਹਾਨੂੰ ਦੱਸੇਗੀ ਧਾਰਮਿਕ ਗ੍ਰੰਥ ਦੇ ਕੀ ਅਰਥ ਹੁੰਦੇ ਹਨ। ਉਸ ਦੀਆਂ ਅੱਖਾਂ ਵਿੱਚ ਵੇਖਣਾ ਅਤੇ ਤੁਸੀਂ ਹਰ ਧਰਮ ਨੂੰ ਭੁੱਲ ਜਾਵੋਗੇ। ਪਰ ਇੱਥੇ ਮੈਂ ਧਰਮ ਦੀ ਗੱਲ ਨਹੀਂ ਕਰਾਂਗੀ। ਧਰਮ ਅਤੇ ਮੁਹੱਬਤ ਤੁਹਾਡੀ ਸਮਝ ਤੋਂ ਪਰੇ ਸਨ। ਇੱਕ ਆਦਮੀ ਸੜਕ 'ਤੇ ਜ਼ਖਮੀ ਹੈ। ਉਸਦੇ ਸਿਰ 'ਚੋਂ ਖੂਨ ਵਗ ਰਿਹਾ ਹੈ। ਉਹ ਬੇਹੋਸ਼ ਹੈ। ਉਸਨੂੰ ਕੋਈ ਨਹੀਂ ਚੁੱਕਦਾ। ਉਸਦੇ ਕੋਲੋਂ ਸੈਂਕੜੇ ਲੋਕ ਲੰਘਦੇ ਹਨ, ਹਰ ਧਰਮ ਦੇ ਆਸਤਿਕ ਨਾਸਤਿਕ। ਉਹ ਮਰ ਰਹੇ ਆਦਮੀ ਨੂੰ ਜੋ ਬੇਹੋਸ਼ ਹੈ, ਧਰਮ ਬਾਰੇ ਕੀ ਪਤਾ ਹੈ? ਇਹ ਕੋਲੋਂ ਲੰਘਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਮਦਦ ਦੀ ਲੋੜ ਹੈ ਅਤੇ ਇਹੀ ਧਰਮ ਹੈ, ਪਰ ਨਹੀਂ ਪਤਾ। ਫਿਰ ਉਸ ਬੇਹੋਸ਼ ਆਦਮੀ ਅਤੇ ਤੁਹਾਡੇ ਵਿੱਚ ਕੀ ਫਰਕ ਹੈ? ਪਰ ਫਿਰ ਵੀ ਤੁਸੀਂ ਧਾਰਮਿਕ ਹੋ ਅਤੇ ਮੈਨੂੰ ਕਹਿਣ ਦੇਣਾ, ਬਹੁਤ ਗ੍ਰੰਥਾਂ ਉਪਦੇਸ਼ਾਂ ਪੈਗੰਬਰਾਂ ਦੇ ਹੁੰਦਿਆਂ ਤੁਹਾਡੇ ਕੋਲ ਧਾਰਮਿਕ ਸਥਾਨਾਂ ਦੇ ਹੁੰਦਿਆਂ ਤੁਹਾਡੇ ਕੋਲ ਕੋਈ ਧਰਮ ਨਹੀਂ ਹੈ। ਪਤਾ ਨਹੀਂ ਤੁਸੀਂ ਕਿਸ ਧਰਮ ਦੀ ਗੱਲ ਕਰਦੇ ਹੋ, ਮਾਇਰਾ। ਮੇਰੇ ਇਹ ਕਵਿਤਾ ਖ਼ਤਮ ਕਰਦਿਆਂ ਹੀ ਫੋਨ ਦੀ ਮੈਸੇਜ ਟੋਨ ਆਈ। ਵੇਖਿਆ ਮਾਇਰਾ ਨੇ ਆਪਣਾ ਸਟੇਟਸ ਲਿਖਿਆ ਸੀ, ਇਹ ਫੇਕ ਸਟੋਰੀ ਟਰੂ ਫਰੈਂਡਸ, ਇਹ ਟਾਈਟਲ ਲਿਖਿਆ ਹੋਇਆ ਸੀ। ਇੱਕ ਆਦਮੀ ਇੱਕ ਬਹੁਤ ਅਮੀਰ ਆਦਮੀ ਦੇ ਘਰ ਮਹਿਮਾਨ ਹੁੰਦਾ ਹੈ। ਉਹ ਜਗ੍ਹਾ ਜਿੱਥੇ ਉਹ ਮਹਿਮਾਨ ਹੈ ਬਹੁਤ ਸਵਾਦਿਸ਼ਟ ਖਾਣੇ ਲਈ ਪ੍ਰਸਿੱਧ ਹੈ। ਉਸਦੇ ਸਾਹਮਣੇ ਇੱਕ ਲਾਲ ਕੱਪੜੇ ਨਾਲ ਢੱਕੀ ਥਾਲੀ ਪੇਸ਼ ਕੀਤੀ ਜਾਂਦੀ ਹੈ। ਉਹ ਸੋਚਦਾ ਹੈ ਇਹ ਕੋਈ ਖਾਣ ਵਾਲੀ ਬਹੁਤ ਹੀ ਚੰਗੀ ਚੀਜ਼ ਹੈ, ਪਰ ਖਾਣ ਵਾਲੀ ਚੀਜ਼ ਵੇਖਣ ਤੋਂ ਪਹਿਲਾਂ ਉਸ ਆਦਮੀ ਨੂੰ ਉੱਥੋਂ ਦੇ ਸਵਾਦਿਸ਼ਟ ਖਾਣੇ ਬਾਰੇ ਬਹੁਤ ਸਾਰੀਆਂ ਲਲਚਾਉਣ ਵਾਲੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ। ਫਿਰ ਇੱਕਦਮ ਖਾਣੇ ਵਾਲੀ ਥਾਲੀ ਤੋਂ ਕੱਪੜਾ ਚੁੱਕ ਦਿੱਤਾ ਜਾਂਦਾ ਹੈ। ਇਹ ਕਿਸੇ ਆਦਮੀ ਦਾ ਸਿਰ ਹੈ ਜਿਸ ਦੀ ਸ਼ਕਲ ਬਿਲਕੁਲ ਮਹਿਮਾਨ ਨਾਲ ਮਿਲਦੀ ਹੈ। ਉਹ ਵੇਖਦੇ ਹੀ ਬੁਖਲਾ ਜਾਂਦਾ ਹੈ। ਆਪਣਾ ਸਿਰ ਆਪਣੇ ਹੱਥਾਂ ਵਿੱਚ ਫੜ ਕੇ ਵੇਖਦਾ ਹੈ ਕਿ ਉਸਦਾ ਸਿਰ ਸਲਾਮਤ ਹੈ ਜਾਂ ਨਹੀਂ। ਇਸੇ ਤਰ੍ਹਾਂ ਦੀ ਇਹ ਕਵਿਤਾ ਹੈ ਜੋ ਇਹ ਦੱਸੇਗੀ ਕਿ ਆਦਮੀ ਔਰਤ ਬਾਰੇ ਕੀ ਸੋਚਦਾ ਹੈ ਅਤੇ ਔਰਤ ਅਸਲ ਵਿੱਚ ਕੀ ਹੁੰਦੀ ਹੈ। ਸਮਥਿੰਗ ਅਬਾਊਟ ਦਾ ਨੇਕਡ ਲੈਗ। ਮੈਂ ਇੱਥੇ ਬੀਚ 'ਤੇ ਘੁੰਮ ਰਹੀ ਹਾਂ। ਬਹੁਤ ਲੋਕ ਨੰਗੇ ਲੇਟੇ ਹੋਏ ਹਨ। ਧੁੱਪ ਸੇਕਦੇ ਮਰਦ, ਔਰਤਾਂ, ਬੱਚੇ।
ਕੁਝ ਔਰਤਾਂ ਨਿੱਕਰਾਂ ਪਾਈ ਵਾਲੀਬਾਲ ਖੇਡ ਰਹੀਆਂ ਨੇ। ਬੱਚੇ ਇੱਕ ਦੂਜੇ ਦੇ ਪਿੱਛੇ ਭੱਜ ਰਹੇ ਹਨ, ਇੱਕ ਦੂਜੇ ਨੂੰ ਫੜਦੇ, ਆਪਣੀਆਂ ਮਾਵਾਂ ਦੀਆਂ ਲੱਤਾਂ ਨਾਲ ਲਿਪਟ ਜਾਂਦੇ, ਇੱਕ ਦੂਜੇ ਤੋਂ ਬਚਦੇ ਹਨ। ਉਹਨਾਂ ਨੂੰ ਇਹ ਨੰਗੀਆਂ ਲੱਤਾਂ ਸਿਰਫ ਗੋਡਿਆਂ ਤੋਂ ਥੱਲੇ ਹੀ ਨਜ਼ਰ ਆਉਂਦੀਆਂ ਹਨ। ਇੱਥੋਂ ਬਹੁਤ ਮਰਦ ਵੀ ਲੰਘਦੇ ਹਨ। ਉਹ ਸਾਰੀਆਂ ਲੱਤਾਂ ਤੱਕਦੇ ਹੋਏ ਔਰਤਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਹਨ। ਮੈਂ ਆਪਣੀਆਂ ਲੱਤਾਂ ਬਾਰੇ ਸੋਚਣ ਲੱਗਦੀ ਹਾਂ। ਮੇਰੀਆਂ ਲੱਤਾਂ ਫੜ ਕੇ ਮੈਨੂੰ ਘੜੀਸਿਆ ਗਿਆ। ਮੇਰੀਆਂ ਨੰਗੀਆਂ ਲੱਤਾਂ, ਮੈਨੂੰ ਨਹੀਂ ਸੀ ਪਤਾ ਲੱਤਾਂ ਦੇ ਅਰਥ ਇਹ ਵੀ ਹੁੰਦੇ ਹਨ ਜੋ ਮਰਦ ਦੇ ਸਿਰ ਵਿੱਚ ਕੁਝ ਹੋਰ ਹੋ ਜਾਂਦੀਆਂ ਹਨ। ਮੈਨੂੰ ਆਪਣਾ ਬਿਸਤਰ ਵੀ ਯਾਦ ਆਉਂਦਾ ਹੈ। ਇੱਥੇ ਮੈਂ ਘੰਟਿਆਂ ਬੱਧੀ ਰੋਂਦੀ ਰਹੀ। ਆਪਣੇ ਬਿਸਤਰ ਦੇ ਅੰਦਰ ਵੀ ਮੈਂ ਵਾਰ-ਵਾਰ ਹੱਥ ਲਗਾ ਕੇ ਵੇਖਦੀ ਰਹਿੰਦੀ ਕਿ ਲੱਤਾਂ ਨੰਗੀਆਂ ਤਾਂ ਨਹੀਂ। ਬਿਸਤਰ ਦੀ ਹਰ ਕਿਸੇ ਨੂੰ ਲੋੜ ਹੈ। ਤੁਹਾਡੀ ਅੱਧੀ ਉਮਰ ਬਿਸਤਰ ਵਿੱਚ ਬੀਤਦੀ ਹੈ। ਬਿਸਤਰ ਵਿੱਚ ਪਏ ਤੁਸੀਂ ਹਜ਼ਾਰਾਂ ਸੁਪਨੇ ਵੇਖਦੇ ਹੋ, ਲੱਖਾਂ ਖਿਆਲ ਬੁਣਦੇ ਹੋ, ਆਪਣੇ ਮਹਿਬੂਬ ਤੇ ਦੁਸ਼ਮਣਾਂ ਨੂੰ ਯਾਦ ਕਰਦੇ ਹੋ। ਕਦੇ-ਕਦੇ ਮਨ ਹੀ ਮਨ ਆਪਣੇ ਪ੍ਰੇਮੀ ਨਾਲ ਰੋਸਾ ਕਰਦੇ ਹੋ। ਸਿਰਹਾਣੇ ਨੂੰ ਆਪਣੇ ਕੁੱਟ ਕੇ ਰੋਂਦੇ ਹੋ। ਬਿਸਤਰ ਤੁਹਾਡੀ ਅੱਧੀ ਜ਼ਿੰਦਗੀ ਹਨ। ਪਰ ਮਰਦ ਅਕਸਰ ਭੁੱਲ ਜਾਂਦੇ ਹਨ ਕਦੇ ਉਹ ਆਪਣੀ ਮਾਂ ਨਾਲ ਵੀ ਬਿਸਤਰ ਵਿੱਚ ਸਨ, ਬਿਲਕੁਲ ਛੋਟੇ ਜਿਹੇ ਬੇਸਹਾਰਾ। ਤੇ ਇੱਕ ਦਿਨ ਉਹ ਬਹੁਤ ਛੋਟੇ ਸਨ। ਇੱਕ ਔਰਤ ਦੀਆਂ ਨੰਗੀਆਂ ਲੱਤਾਂ ਕੋਲ ਜਦੋਂ ਉਹਨਾਂ ਦਾ ਨਾੜੂਆ ਕੱਟਿਆ ਗਿਆ ਸੀ। ਨੰਗੀਆਂ ਲੱਤਾਂ ਦੇ ਇਹ ਅਰਥ ਅਕਸਰ ਮਰਦ ਭੁੱਲ ਜਾਂਦੇ ਹਨ। ਜੇ ਨਾ ਭੁੱਲਦੇ ਹੁੰਦੇ, ਮੈਨੂੰ ਲੱਤਾਂ ਤੋਂ ਫੜ ਕੇ ਘੜੀਸਿਆ ਨਾ ਜਾਂਦਾ ਜਦੋਂ ਮੇਰੇ ਨਾਲ ਰੇਪ ਹੋਇਆ। ਮਾਇਰਾ। ਬਾਕੀ ਅਗਲੇ ਭਾਗ ਵਿੱਚ।